ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੱਲ ਕਰਨੀ ਹੈ ਜੋ ਵੀਡੀਓ ਅੱਜਕੱਲ੍ਹ ਵਾਇਰਲ ਹੋਈ ਹੈ। ਇਹ ਮੁੱਦਾ ਤੇ ਕੋਈ ਨਵਾਂ ਨਹੀਂ ਹੈ, ਮੁੱਦਾ ਪੁਰਾਣਾ ਹੈ ਤੇ ਪਹਿਲੀ ਵਾਰ ਨਹੀਂ ਚੁੱਕਿਆ ਗਿਆ। ਇਹ ਮੁੱਦਾ ਬੜੀ ਵਾਰ ਚੁੱਕਿਆ ਗਿਆ ਤੇ ਬੜੀ ਵਾਰ ਇਸ ਬਾਰੇ ਗੱਲ ਹੋਈ, ਪਰ ਅੱਜ ਮਨ ਕੀਤਾ ਕਿ ਕੁਝ ਇੱਕ ਆਪਣੇ ਵੀ ਵਿਚਾਰ ਇਸ ਬਾਰੇ ਰੱਖੇ ਜਾਣ। ਪੈਸਿਆਂ ਲਈ ਕੀਰਤਨ ਨੂੰ ਛੱਡ ਦਿੱਤਾ, ਸਤਿਕਾਰ ਨਹੀਂ ਮਿਲਿਆ ਤੇ ਕੀਰਤਨ ਨੂੰ ਛੱਡ ਦਿੱਤਾ ਕਿ ਪੈਸਾ ਹੀ ਸਭ ਕੁਝ ਹੈ। ਅੱਜ ਇਸ ਬਾਰੇ ਹੀ ਗੱਲ ਕਰਨੀ ਹੈ ਤੇ ਇਸ ਨੂੰ ਮੁੱਖ ਰੱਖਦਿਆਂ ਕੁਝ ਇੱਕ ਸਵਾਲ ਮੇਰੇ ਹਨ, ਜਿਸ ਦਾ ਕੋਈ ਵੀ ਸੱਜਣ ਜਵਾਬ ਦੇਣਾ ਚਾਹੇ ਤੇ ਉਹ ਦੇ ਸਕਦਾ ਹੈ। ਪਰ ਮੇਰੇ ਸਿੱਧੇ ਤੌਰ 'ਤੇ ਜਿਹੜੇ ਸਵਾਲ ਹਨ ਉਹ ਦਲੇਰ ਮਹਿੰਦੀ ਨੂੰ ਹਨ, ਜਿਨ੍ਹਾਂ ਨੇ ਸਪੀਚ ਦਿੱਤੀ ਕਿ ਉਹ ਕੀਰਤਨ ਕਰਦੇ ਸਨ ਪਹਿਲਾਂ, ਤੇ ਜਦ ਕੀਰਤਨ ਵਜੋਂ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਿਆ ਤੇ ਉਹਨਾਂ ਨੇ ਗਾਣੇ ਗਾ ਕੇ ਆਪਣਾ ਜਿਹੜਾ ਹੈ ਉਹ ਰਿਜ਼ਕ ਬਣਾ ਲਿਆ। ਤੇ ਪਹਿਲਾ ਜਿਹੜਾ ਮੇਰਾ ਸਵਾਲ ਉਹ ਇਹੀ ਆ, ਸਵਾਲ ਨੰਬਰ 1, ਕਿ ਤੁਸੀਂ ਕੀਰਤਨ ਕਰਨਾ ਸ਼ੁਰੂ ਕੀਤਾ ਕਿਉਂ ਸੀਗਾ? ਆਖਿਰ ਮਕਸਦ ਕੀ ਸੀਗਾ ਕੀਰਤਨ ਕਰਨ ਦਾ? ਇਹ ਗੱਲ ਤੇ ਪੱਕੀ ਹੈ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਆਪਣੇ ਬਾਰੇ ਦੱਸਿਆ ਹੈ, ਉਹਦੇ ਬਾਰੇ ਸਾਫ਼ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਮਕਸਦ ਇੱਕੋ ਸੀਗਾ, ਉਹ ਸੀਗਾ ਪੈਸਾ ਕਮਾਉਣਾ। ਤੇ ਪੈਸੇ ਕਮਾਉਣ ਵਾਸਤੇ ਕਿ ਸਿਰਫ ਤੇ ਸਿਰਫ ਇੱਕੋ ਜ਼ਰੀਆ ਹੈ ਕੀਰਤਨ ਕਰਨਾ, ਹੋਰ ਕੋਈ ਜ਼ਰੀਆ ਨਹੀਂ। ਜੇ ਤੁਹਾਡੀ ਇੱਥੇ ਪੂਰਤੀ ਨਹੀਂ ਹੋਈ ਤੇ ਤੁਹਾਨੂੰ ਲੱਗਿਆ ਕਿ ਗਾਣੇ ਗਾ ਕੇ ਮੈਨੂੰ ਜ਼ਿਆਦਾ ਸਨਮਾਨ ਮਿਲ ਰਿਹਾ ਹੈ ਤੇ ਜ਼ਿਆਦਾ ਪੈਸੇ ਮਿਲ ਰਹੇ ਆ ਤੇ ਇਸ ਲਈ ਤੁਸੀਂ ਕੀਰਤਨ ਛੱਡ ਦਿੱਤਾ, ਕਿਉਂ? ਤੁਹਾਡਾ ਮਕਸਦ ਸੀਗਾ ਪੈਸਾ ਕਮਾਉਣਾ। ਫਿਰ ਭਾਵੇਂ ਉਹ ਕੀਰਤਨ ਤੋਂ ਆਵੇ, ਭਾਵੇਂ ਉਹ ਗਾਣੇ ਗਾ ਕੇ ਆਏ, ਤੁਹਾਨੂੰ ਦੋਨਾਂ ਵਿੱਚ ਕੋਈ ਫਰਕ ਨਹੀਂ। ਇਸ ਲਈ ਤੁਸੀਂ ਗਾਣੇ ਗਾਉਣ ਨੂੰ ਜ਼ਿਆਦਾ ਪਹਿਲ ਦਿੱਤੀ ਕੀਰਤਨ ਨਾਲੋਂ, ਜਦ ਕਿ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਜੋ ਕੀਰਤਨ ਹੈ ਇਹਦਾ ਕੋਈ ਮੋਲ ਨਹੀਂ ਪਾ ਸਕਦਾ, ਇਹਦੀ ਸਿਰਫ ਤੇ ਸਿਰਫ ਭੇਟਾ ਦਿੱਤੀ ਜਾ ਸਕਦੀ ਹੈ ਤੇ ਅਨਮੋਲ ਰਤਨ ਹੈ ਜੋ ਗੁਰੂ ਸਾਹਿਬ ਨੇ ਬਖਸ਼ਿਆ। ਤੇ ਇਹਦੀ ਜਿਹੜੀ ਸ਼ੁਰੂਆਤ ਹੈ, ਜੋ ਪਹਿਲਾ ਕੀਰਤਨੀਆ ਸੀ ਉਹ ਆਪ ਗੁਰੂ ਨਾਨਕ ਦੇਵ ਜੀ ਸਨ। ਤੇ ਜੇ ਅਜਿਹਾ ਮਾਣ ਕਿਸੇ ਨੂੰ ਨਾ ਚੰਗਾ ਲੱਗੇ, ਉਸ ਨਾਲੋਂ ਵੱਧ ਉਹ ਪ੍ਰੈਫਰੈਂਸ ਅਗਰ ਗਾਣੇ ਗਾਣ ਨੂੰ ਦੇਣਾ ਚਾਹੁੰਦਾ ਹੈ ਤੇ ਬਿਲਕੁਲ ਫਿਰ ਗੁਰੂ ਸਾਹਿਬ ਵੀ ਕੁਝ ਨਹੀਂ ਕਰ ਸਕਦੇ ਇਹਦੇ ਵਿੱਚ। ਗੁਰੂ ਸਾਹਿਬ ਵੀ ਨਹੀਂ ਚਾਹੁੰਦੇ ਕਿ ਅਜਿਹੇ ਮਨੁੱਖ ਜਿਹੜੇ ਆ ਉਹ ਕੀਰਤਨ ਦੀ ਸੇਵਾ ਨਿਭਾਉਣ, ਕਿਉਂਕਿ ਇਹ ਕੀਰਤਨ ਦੀ ਦਾਤ ਹੈ, ਹਰ ਕਿਸੇ ਨੂੰ ਨਹੀਂ ਮਿਲ ਜਾਂਦੀ। ਕੀਰਤਨ ਦੇ ਨਾਲ ਮੰਨਿਆ ਕਿ ਉਸ ਹਿਸਾਬ ਦੇ ਨਾਲ ਪੈਸੇ ਨਹੀਂ ਹਨ ਜਿਸ ਹਿਸਾਬ ਦੇ ਨਾਲ ਤੁਹਾਨੂੰ ਮਿਲਦੇ ਹੋਣਗੇ ਵੱਡੀ ਵੱਡੀ ਸਟੇਜਾਂ 'ਤੇ, ਲੱਖਾਂ ਰੁਪਏ ਤੁਸੀਂ ਲੈਂਦੇ ਹੋਵੋਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਜੋ ਇੱਕ ਅਹੁਦਾ ਇੱਕ ਕੀਰਤਨੀਏ ਦਾ ਹੈ, ਖਾਸ ਕਰ ਤੁਸੀਂ ਜ਼ਿਕਰ ਕੀਤਾ ਗੁਰੂ ਰਾਮਦਾਸ ਜੀ ਦੇ ਦਰ ਦਾ, ਤੇ ਜੋ ਇੱਕ ਮਾਨ ਸਨਮਾਨ ਕੀਰਤਨੀਏ ਦਾ ਹੈ, ਉਹ ਕਦੇ ਵੀ ਇੱਕ ਗਾਇਕ ਦਾ ਨਹੀਂ ਹੋਇਆ, ਨਾ ਕਦੀ ਹੋ ਸਕਦਾ ਹੈ। ਦੂਜਾ ਮੇਰਾ ਸਵਾਲ ਇਹ ਆ, ਗਾਣਿਆਂ ਤੋਂ ਪੈਸੇ ਵੱਧ ਮਿਲੇ ਤਾਂ ਕੀਰਤਨ ਛੱਡ ਦਿੱਤਾ, ਇਹਦਾ ਕੀ ਕਾਰਨ ਹੋ ਸਕਦਾ? ਇਹਦਾ ਕਾਰਨ ਇਹੀ ਹੈ ਨਾ ਕਿ ਅਸੀਂ ਕਦਰ ਨਹੀਂ ਜਾਣੀ, ਅਸੀਂ ਕਦੇ ਪੜ੍ਹਿਆ ਹੀ ਨਹੀਂ ਆਪ, ਜਿਸਨੋਂ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸਨੂੰ ਉਹ ਆਪਣੀ ਸਿਫਤ ਸਲਾਹ ਬਖਸ਼ਦੇ ਹਨ ਸੱਚੇ ਪਿਤਾ, ਉਹ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਕਿ ਸਿਰਫ ਪੈਸਾ ਹੀ ਸਭ ਕੁਝ ਹੈ। ਪੈਸਾ ਨਹੀਂ, ਦੋ ਪੈਸੇ ਵੱਧ ਮਿਲੇ ਤੇ ਕੀਰਤਨ ਛੱਡ ਕੇ ਗਾਣੇ ਗਾ ਲਓ, ਦੋ ਪੈਸੇ ਵੱਧ ਮਿਲੇ ਤੇ ਅਸੀਂ ਪਤਿਤ ਹੋ ਜਾਈਏ, ਕਿ ਇਹੀ ਸੋਚ ਰੱਖ ਕੇ ਅਸੀਂ ਤੁਰਨਾ ਹੈ ਕਿ ਸਾਰੇ ਕੀਰਤਨੀਆਂ ਨੂੰ ਇਹੀ ਸੋਚ ਰੱਖਣੀ ਹੈ? ਫਿਰ ਮੈਨੂੰ ਮਾਫ ਕਰ ਦੇਣਾ, ਉਹ ਕੀਰਤਨ ਨਹੀਂ ਹੋ ਸਕਦਾ। ਉਹ ਕਿੱਥੇ ਨਾ ਕਿੱਥੇ ਜੋ ਬਾਣੀ ਸਾਨੂੰ ਦੱਸਦੀ ਹੈ, ਰੋਟੀਆਂ ਕਾਰਨ ਪੂਰੇ ਤਾਲ, ਉਹ ਗੱਲ ਜ਼ਰੂਰ ਬਣ ਸਕਦੀ ਹੈ। ਗੁਰੂ ਸਾਹਿਬ ਨੇ ਸਾਨੂੰ ਨਾਲ ਦੇ ਨਾਲ ਕੀਰਤੀ ਵੀ ਬਣਾਇਆ ਕਿ ਅਸੀਂ
10 ਨੂੰਹਾਂ ਦੀ ਕਿਰਤ ਵੀ ਕਰਨੀ ਹੈ। ਗੁਰੂ ਸਾਹਿਬ ਆਪ ਆਪਣੇ ਸਮੇਂ ਤੇ ਖੇਤੀਬਾੜੀ ਕਰਦੇ ਰਹੇ ਤੇ ਹੱਥੀਂ ਕਿਰਤ ਕਮਾਉਂਦੇ ਰਹੇ। ਕੀਰਤਨ ਜਿੱਥੇ ਕਹਿ ਸਕਦੀ ਹਾਂ ਕਿ ਕਈ ਵਾਰ ਇਨਡਾਇਰੈਕਟ ਵੇ ਵਿੱਚ ਜ਼ਰੀਆ ਜ਼ਰੂਰ ਬਣਦਾ ਹੈ ਕਮਾਈ ਦਾ, ਪਰ ਸਿਰਫ ਤੇ ਸਿਰਫ ਇਹ ਕਮਾਈ ਦਾ ਜ਼ਰੀਆ ਨਹੀਂ ਹੈ। ਇਹ ਤੇ ਠਾਕੁਰ ਗਾਈਐ ਆਤਮ ਰੰਗ ਵਾਲੀ ਗੱਲ ਹੈ। ਤੇ ਸਿਰਫ 2 ਪੈਸੇ ਵੱਧ ਮਿਲੇ ਤੇ ਅਸੀਂ ਕੀਰਤਨੀਆਂ ਛੱਡ ਦਿੱਤੀ, ਕੀਰਤਨ ਛੱਡ ਦਿੱਤਾ, ਇਹ ਕੋਈ ਚੰਗੀ ਗੱਲ ਨਹੀਂ। ਇਹ ਕੋਈ ਕਹਿ ਸਕਦੇ ਹਾਂ ਕਿ ਕੀਰਤਨੀਆਂ ਵਾਲੀ ਗੱਲ ਨਹੀਂ ਹੋਈ। ਇਹ ਤਾਂ ਫਿਰ ਇਹੀ ਸੀਗਾ ਕਿ ਮਕਸਦ ਕੁਝ ਹੋਰ ਸੀਗਾ। ਮਕਸਦ ਇੱਕੋ ਸੀਗਾ, ਉਹ ਸੀਗਾ ਵੱਧ ਪੈਸੇ ਮਿਲਣੇ ਚਾਹੀਦੇ ਆ। ਫਿਰ ਉਹੀ ਗੱਲ ਹੋ ਗਈ ਕਿ ਮੈਨੂੰ ਤੇ ਪੈਸਾ ਵੱਧ ਚਾਹੀਦਾ ਹੈ, ਕੰਮ ਜੋ ਮਰਜ਼ੀ ਕਰਵਾ ਲਓ। ਤੇ ਫਿਰ ਅਸੀਂ ਉਹ ਕੀਰਤਨ ਦਾ ਮੁੱਲ ਨਹੀਂ ਪਾ ਪਾਏ ਜੋ ਪੈਣਾ ਚਾਹੀਦਾ ਸੀਗਾ। ਵੱਡੀ ਸਟੇਜ ਤੁਹਾਡੇ ਕੋਲ ਹੈ, ਤੁਹਾਨੂੰ ਦੁਨੀਆ ਸੁਣਦੀ ਹੈ, ਜੋ ਤੁਸੀਂ ਗੱਲ ਕਹਿੰਦੇ ਹੋ ਉਹ ਕਿੱਥੇ ਨਾ ਕਿੱਥੇ ਲੱਖਾਂ ਤੱਕ ਪਹੁੰਚਦੀ ਹੈ। ਇਸ ਲਈ ਜੋ ਤੁਸੀਂ ਦੱਸਣਾ ਚਾਹ ਰਹੇ ਹੋ ਉਸ ਨੂੰ ਮੁੱਖ ਰੱਖਦਿਆਂ ਮੇਰਾ ਸਵਾਲ, ਆਪਣੇ ਇਤਿਹਾਸ ਦੇ ਬਾਰੇ ਦੱਸਣ ਦਾ ਕਾਰਨ, ਤੁਹਾਡਾ ਕਾਰਨ ਕੀ ਹੈ ਜੋ ਤੁਸੀਂ ਦੁਨੀਆ ਨੂੰ ਸੁਣਾਉਣਾ ਚਾਹੁੰਦੇ ਹੋ ਇਸ ਵੇਲੇ, ਕਿ ਸੱਚ ਵਿੱਚ ਜੋ ਤੁਸੀਂ ਕਹਿ ਰਹੇ ਹੋ ਉਹੀ ਠੀਕ ਹੈ? ਕਿ ਜੇ ਤੁਸੀਂ ਕਹਿ ਰਹੇ ਹੋ ਕਿ ਕੀਰਤਨ ਵੇਲੇ ਤੁਹਾਨੂੰ ਘੱਟ ਪੇਟਾ ਮਿਲਦੀ ਸੀਗੀ ਤੇ ਜਦ ਤੁਸੀਂ ਉਹਨਾਂ ਦੇ ਕੋਲ ਹੀ ਗਾਣੇ ਗਾਏ ਤੇ ਉਹਨਾਂ ਨੇ ਤੁਹਾਨੂੰ ਵੱਧ ਪੈਸੇ ਦਿੱਤੇ, ਤੇ ਇਹਦੇ ਨਾਲ ਇਹ ਦੱਸਣ ਦਾ ਪਿੱਛੇ ਮਕਸਦ ਕੀ ਹੈ ਕਿ ਕੀਰਤਨੀਆਂ ਦਾ ਕੋਈ ਸਨਮਾਨ ਨਹੀਂ? ਚੌਥਾ ਜਿਹੜਾ ਸਵਾਲ ਹੈ ਉਹ ਇਸੇ ਨੂੰ ਮੁੱਖ ਰੱਖਦੇ ਹੋਏ ਹੈ ਕਿ ਅੱਜ ਕੀਰਤਨੀਆਂ ਦਾ ਸਤਿਕਾਰ ਨਹੀਂ ਹੁੰਦਾ। ਅੱਜ ਵੇਖੋ ਜੋ ਮਾਨ ਸਨਮਾਨ ਕੀਰਤਨੀਆਂ ਦਾ ਨਾ ਦੇਸ਼ਾਂ ਵਿਦੇਸ਼ਾਂ ਵਿੱਚ, ਉਹ ਇੱਕ ਵਾਰ ਝਾਤ ਤੇ ਮਾਰ ਕੇ ਵੇਖੀਏ ਅਸੀਂ ਸਾਰੇ ਕਿ ਸੱਚ ਵਿੱਚ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ। ਅੱਜ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ। ਇਹ ਗੱਲ ਸਾਰੀ ਇਹ ਆ ਕਿ ਸਾਡਾ ਮੇਨ ਮਨੋਰਥ ਕੀ ਹੈ, ਕਿ ਅਸੀਂ ਸੱਚ ਵਿੱਚ ਦਿਲੋਂ ਕਦੀ ਕੀਰਤਨ ਕੀਤਾ, ਦਿਲੋਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਸਿਰਫ ਤੇ ਸਿਰਫ ਕੀਰਤਨ ਨੂੰ ਇੱਕ ਬਿਜ਼ਨਸ ਲਿੱਤਾ। ਜੇ ਬਿਜ਼ਨਸ ਦੇ ਤੌਰ ਤੇ ਲਿੱਤਾ ਫਿਰ ਤੇ ਤੁਸੀਂ ਬਿਲਕੁਲ ਠੀਕ ਕੀਤਾ ਜੋ ਤੁਸੀਂ ਕੀਤਾ। ਪਰ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ ਨਾ, ਮੈਨੂੰ ਮਾਫ ਕਰ ਦੇਣਾ, ਉਹ ਹਰ ਇੱਕ ਗੱਲ ਨੂੰ ਸਮਝਦੀ ਹੈ ਤੇ ਜੋ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਉਸ ਨੂੰ ਵੀ ਅੱਛੇ ਤਰੀਕੇ ਨਾਲ ਸਮਝਦੇ ਹਾਂ। ਤੇ ਜੋ ਸਾਡਾ ਬਣਦਾ ਫਰਜ਼ ਹੈ ਅਸੀਂ ਉਹਨੂੰ ਪੂਰਾ ਕਰਦੇ ਹੋਏ ਇਹ ਵੀਡੀਓ ਦੇ ਰੂਪ ਤੇ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਕੀਰਤਨ ਵਿੱਚ ਜੋ ਆਨੰਦ ਹੈ ਨਾ ਉਹ ਕਿੱਥੇ ਨਹੀਂ ਮਿਲ ਸਕਦਾ। ਜੋ ਸਾਧ ਸੰਗਤ ਵਿੱਚ ਜੋ ਰਸ ਵਰਸਦਾ ਹੈ ਨਾ ਉਹ ਕਿਸੇ ਵੀ ਦੁਨਿਆਵੀ ਸਟੇਜ ਤੇ ਨਹੀਂ ਮਿਲ ਸਕਦਾ। ਤੇ ਪੈਸਿਆਂ ਦੇ ਨਾਲ ਸੁੱਖ ਨਹੀਂ ਮਿਲਦਾ ਹੈਗਾ। ਜੋ ਪੈਸਾ ਹੈ ਉਹ ਠੀਕ ਹੈ, ਆਪਣੀ ਜਗ੍ਹਾ ਤੇ ਉਹਨੂੰ ਮੁਬਾਰਕ ਹੈ, ਪਰ ਪੈਸਿਆਂ ਦੇ ਨਾਲ ਉਹ ਸਨਮਾਨ ਨਹੀਂ ਮਿਲ ਸਕਦਾ ਜੋ ਇੱਕ ਕੀਰਤਨ ਕਰਕੇ ਮਿਲ ਸਕਦਾ ਹੈ। ਜੋ ਅਸੀਸ ਗੁਰੂ ਦੀ ਸੰਗਤ ਦਿੰਦੀ ਹੈ ਨਾ, ਉਹ ਤੁਸੀਂ ਕਿਸੇ ਵੀ ਸਟੇਜ ਤੇ ਜਾ ਕੇ ਗਾ ਲਓ, ਤੁਹਾਨੂੰ ਉਹ ਅਸੀਸ ਨਹੀਂ ਮਿਲ ਸਕਦੀ ਜੋ ਗੁਰੂ ਦੀ ਸੰਗਤ ਦਿੰਦੀ ਹੈ। ਤੇ ਇਹ ਸਭ ਆਪਣੀ ਆਪਣੀ ਸੋਚ ਦੀ ਗੱਲ ਹੈ। ਸਿਰਫ ਤੇ ਸਿਰਫ ਇੱਥੇ ਮੈਂ ਆਪਣੀ ਸੋਚ ਰੱਖਦੇ ਹੋਏ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਜਿਹੜਾ ਦਿਲੋਂ ਕੀਰਤਨ ਕਰ ਰਿਹਾ ਹੈ ਉਹ ਤੇ ਅੱਜ ਵੀ ਰਾਜਾ ਹੈ ਤੇ ਕੱਲ੍ਹ ਵੀ ਰਾਜਾ ਹੋਏਗਾ। ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ। ਹਾਂ, ਜਿਹਦਾ ਮਨੋਰਥ ਹੀ ਕੁਝ ਹੋਰ ਹੋਵੇ ਕਿ ਹਾਂ ਉਹ ਪੈਸਿਆਂ ਨੂੰ ਮੁੱਖ ਰੱਖੇ ਔਰ ਕੀਰਤਨ ਕਰੇ, ਫਿਰ ਉਹਨੂੰ ਫਿਰ ਹੋਰ ਮਾਇਆ ਹੋਰ ਉਲਝਾਉਂਦੀ ਹੈ, ਹੋਰ ਤੇ ਹੋਰ ਉਹਨੂੰ ਉਲਝਣਾ ਪੈਂਦਾ ਹੈ। ਪਰ ਜਿਹੜਾ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾ ਰਿਹਾ ਹੈ, ਅਗਰ ਕੀਰਤਨੀਆਂ ਗੁਰੂ ਸਾਹਿਬ ਨੇ ਉਹਨੂੰ ਕੀਰਤਨ ਦੀ ਸੇਵਾ ਬਖਸ਼ੀ ਹੈ, ਅਗਰ ਉਹ ਕੀਰਤਨੀਆਂ ਇਮਾਨਦਾਰੀ ਨਾਲ ਕੀਰਤਨ ਕਰ ਰਿਹਾ ਹੈ, ਉਸ ਵਿੱਚ ਮਿਹਨਤ ਕਰ ਰਿਹਾ ਹੈ, ਤੇ ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ। ਇਹ ਗੁਰੂ ਦੀ ਸੰਗਤ ਹੈ। ਗੁਰੂ ਦੀ ਸੰਗਤ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੀ। ਹਾਂ ਠੀਕ ਹੈ, ਪੈਸਾ ਜਿੰਨਾ ਆ ਜਾਏ ਤੇ ਗੁਰੂ ਸਾਹਿਬ ਕਹਿੰਦੇ ਆ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ। ਜੇ ਦੁਨੀਆ ਦੇ ਸਾਰੇ ਪਦਾਰਥ ਵੀ ਅਸੀਂ ਕਿਉਂ ਨਾ ਇਕੱਠੇ ਕਰ ਲਈਏ ਨਾ, ਫਿਰ ਵੀ ਜਿਹੜਾ ਸਾਡੇ ਅੰਦਰ ਦੀ ਜਿਹੜੀ ਭੁੱਖ ਹੈ ਉਹ ਨਹੀਂ ਮਿਟ ਸਕਦੀ ਜੇ ਅਸੀਂ ਨਾਮ ਵੱਲੋਂ ਭੁੱਖੇ ਹਾਂ। ਜੇ ਨਾਮ ਨਹੀਂ ਮਿਲਿਆ ਤੇ ਅਸਲ ਜਿਹੜੀ ਭੁੱਖ ਜਿਹੜੀ ਆ ਉਹ ਸਿਰਫ ਤੇ ਸਿਰਫ ਨਾਮ ਮਿਟਾ ਸਕਦਾ ਹੈ। ਔਰ ਦੁਨਿਆਵੀ ਜਿੰਨੇ ਮਰਜ਼ੀ ਗਾਣੇ ਗਾ ਲਈਏ, ਹੋ ਸਕਦਾ ਹੈ ਦੁਨੀਆ ਵਿੱਚ ਅਸੀਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ, ਗੁਰੂ ਸਾਹਿਬ ਵੀ ਕਹਿੰਦੇ ਆ ਜੇ ਜੁਗ ਚਾਰੇ ਆਰ ਜਾ ਹੋਰ ਦਸੂੜੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ,
ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਇਸ ਨੂੰ ਕਦੇ ਵਿਚਾਰ ਕੇ ਵੇਖਣਾ, ਹੋ ਸਕਦਾ ਹੈ ਜੋ ਗੱਲ ਕਹਿਣਾ ਚਾਹ ਰਹੇ ਹੋ ਉਹ ਸਮਝ ਆ ਸਕੇ। ਤੇ ਕੋਈ ਵੀ ਮੇਰਾ ਵੀਰ ਭੈਣ ਇਸ ਬਾਰੇ ਆਪਣੇ ਵਿਚਾਰ ਦੇਣਾ ਚਾਹੁੰਦੇ ਆ, ਬਿਲਕੁਲ ਜੀ ਆਇਆਂ ਨੂੰ ਕਮੈਂਟ ਬਾਕਸ 'ਤੇ ਆਪ ਜੀ ਦੇ ਸਕਦੇ ਹੋ ਆਪਣੇ ਵਿਚਾਰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।